ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਬੋਲੀ ਹੈ ਭੂਪਤ ਪਾਪੀ, ਮੈਂ ਬੰਧਕ ਪਾਪੀ ਸੰਤਾਪੀ। ਸੁਨ ਬੋਲੀ ਹੈ ਭੂਪਤ ਪਾਪੀ, ਮੈਂ ਬੰਧਕ ਪਾਪੀ ਸੰਤਾਪੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਦਨਾ ਕੋ ਲੈਤੀ ਬੰਦਤਾ ਕੋ ਦੇਤ ਜਨ, ਪ੍ਰੀਤ ਲੇਤ ਦੇਤ ਪ੍ਰਤੀਤ ਸੁਖ ਸੇਤ ਹੈ। ਭਾਉ ਔਰ ਲੈਤੀ ਬਡੋ ਪਰ ਭਾਉ ਦੇਤ ਆਪ, ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਥੋੜੀ ਜਿਹੀ ਭੇਟ ਲੇਤ ਜਮ ਕੀ ਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕੇਤ ਹੈ। ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੋਇਤ ਔਰ, ਮਲ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਏਕੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਿਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਸੰਗਤਾਂ ਦੇ ਵਿੱਚ ਇਸ ਵਾਰਤਾ ਦਾ ਪਤਾ ਲੱਗਿਆ ਵੀ ਮਾਤਾ ਜੀਤ ਕੌਰ ਜੀ ਤਾਂ ਸਹਿਜ ਯੋਗ ਦੀ ਕਮਾਈ ਕਰਦਿਆਂ ਆਪਣਾ ਜਿਹੜਾ ਪੰਜ ਭੌਤਿਕ ਸਰੀਰ ਬੜੇ ਸੌਖੇ ਢੰਗ ਦੇ ਨਾਲ ਤਿਆਗ ਕਰਕੇ ਚਲੇ ਗਏ ਹਨ। ਆਲੇ ਦੁਆਲੇ ਇਲਾਕੇ 'ਚੋਂ ਬੜੀਆਂ ਸੰਗਤਾਂ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਅਫਸੋਸ ਕਰਨ ਦੇ ਲਈ ਪਹੁੰਚੀਆਂ ਹੋਈਆਂ ਸਨ। ਉਸ ਟਾਈਮ 'ਤੇ ਇੱਕ ਪਰਸਰਾਮ ਨਾਮ ਦਾ ਵੈਰਾਗੀ, ਇਹਨੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ ਹੱਥ ਜੋੜੇ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰੇ ਉੱਪਰ ਵੀ ਆਪ ਇਹੋ ਜੀ ਕਿਰਪਾ ਕਰਦੇ ਹੋ, ਅਤੇ ਮੈਂ ਵੀ ਸਹਿਜ ਯੋਗ ਆਪਣੇ ਵੱਲੋਂ ਕਰਨਾ ਚਾਹੁੰਦਾ ਹਾਂ। ਸਤਿਗੁਰੂ ਜੀ ਨੇ ਇਹਨੂੰ ਵੀ ਇਹੋ ਜਿਹੀਆਂ ਜੁਗਤੀਆਂ ਢੰਗ ਤਰੀਕੇ ਸਮਝਾਏ। ਚੰਦ ਦਿਨਾਂ ਦੇ ਅੰਦਰ ਅੰਦਰੇ ਨੇ ਵੀ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਸੀ। ਭਾਈ ਰਾਮ ਕੋਇਰ ਜੀ ਇਹ ਸਾਰੀ ਕਥਾ ਸੁਣਾਉਂਦੇ ਹੋਏ ਖਾਲਸੇ ਦੇ ਅੱਗੇ ਬੇਨਤੀ ਕਰਦੇ ਹਨ ਵੀ ਮੈਂ ਵੀ ਫਿਰ ਉਸ ਸਮੇਂ ਦਸ਼ਮੇਸ਼ ਪਿਤਾ ਦੇ ਅੱਗੇ ਹਾਜ਼ਰ ਹੋਇਆ। ਸੱਚੇ ਪਾਤਸ਼ਾਹ ਮੈਂ ਵੀ ਇਹੋ ਜਿਹੀ ਅਵਸਥਾ ਪ੍ਰਾਪਤ ਕਰਨੀ ਚਾਹੁੰਦਾ। ਸੁਣ ਕਰਕੇ ਦੀਨ ਦੁਨੀਆ ਦੇ ਮਾਲਕ ਕਹਿਣ ਲੱਗੇ ਵੀ ਤੂੰ ਤਾਂ ਪਹਿਲਾਂ ਤੋਂ ਹੀ ਸਾਡੇ ਚਰਨਾਂ ਦਾ ਸੇਵਕ ਬਣਿਆ ਹੋਇਆ ਔਰ ਬ੍ਰਹਮ ਗਿਆਨ ਦੀ ਅਵਸਥਾ ਤੈਨੂੰ ਪ੍ਰਾਪਤ ਹੋ ਚੁੱਕੀ ਹੈ। ਤੂੰ ਤਾਂ 8 ਪਹਿਰ ਰਾਤ ਦਿਨ
ਸਾਡੇ ਨਾਲ ਹੀ ਜੁੜਿਆ ਰਹਿੰਦਾ ਹੈ। ਇਹ ਸੁਣ ਕਰਕੇ ਭਾਈ ਰਾਮ ਕੌਰ ਜੀ ਨੇ ਵੀ ਸਤਿਗੁਰੂ ਜੀ ਦਾ ਆਪਣੇ ਵੱਲੋਂ ਸ਼ੁਕਰਾਨਾ ਕੀਤਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬੜੀਆਂ ਸੰਗਤਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੀਆਂ ਹਨ। ਉਸ ਸਮੇਂ ਸੰਗਤ ਦੇ ਵਿੱਚ ਇੱਕ ਇਹੋ ਜਿਹੀ ਬੰਦਗੀ ਕਰਨ ਵਾਲੀ ਜਿਹੜੀ ਅਵਲਾ ਉਹਦੇ ਵਿਚਾਰ ਪਰਥਾਏ ਵਿਚਾਰ ਵਟਾਂਦਰਾ ਸ਼ੁਰੂ ਹੋਇਆ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਕਲਯੁਗ ਦਾ ਸਮਾਂ ਵੀ ਬੜਾ ਧਨਤਾ ਦੇ ਯੋਗ ਹੈ। ਉਹ ਇਸਤਰੀ ਵੀ ਵਡਿਆਈ ਕਰਨ ਦੇ ਯੋਗ ਹੈ ਜਿਹੜੀ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਚੁੱਕੀ ਹੈ। ਉਸ ਸਮੇਂ ਮਹਾਰਾਜ ਨੇ ਦਇਆ ਦਾ ਜਿਹੜਾ ਫਲ ਹੈ ਉਹਨੂੰ ਦੱਸਣ ਦੇ ਲਈ ਇੱਕ ਸ਼ਿਕਾਰੀ ਦਾ ਪ੍ਰਸੰਗ ਗੁਰ ਸਿੱਖਾਂ ਨੂੰ ਸੁਣਾਇਆ ਵੀ ਜਿਵੇਂ ਉਹ ਰੋਜ਼ ਦੀ ਰੋਜ਼ ਆਪਣੇ ਜਾਲ ਦੇ ਵਿੱਚ ਪੜੇ ਹੋ ਜੇ ਹਿਰਨ ਨੇ 12 ਸਿੰਘੇ ਜ਼ਬਰ ਬੇਜਵਾਨ ਪੰਛੀਆਂ ਨੂੰ ਫਸਾ ਲੈਂਦਾ ਸੀ। ਜਦੋਂ ਉਹਨਾਂ ਨੇ ਸਾਹਮਣੇ ਦੇ ਬਿਲਕਣਾ ਰੌਲਾ ਪਾਉਣਾ ਆਪਣੀ ਜਾਨ ਬਚਾਉਣ ਵਾਸਤੇ, ਇੱਕ ਦਿਨ ਇਹਦੇ ਮਨ ਦੇ ਵਿੱਚ ਬੜਾ ਰਹਿਮ ਪੈਦਾ ਹੋਇਆ, ਸੋਧ ਹੈ ਵੀ ਇਹਨਾਂ ਰੋਈਆਂ ਬੀਆਵਾਨਾਂ ਦੇ ਵਿੱਚ ਦੇਖੋ ਰਿਸ਼ੀ ਮੁਨੀ ਆ ਕੇ ਬੜੀ ਤਪੱਸਿਆ ਕਰਦੇ ਹਨ ਅਤੇ ਮੈਂ ਉਲਟੇ ਕਿਤਨੇ ਵੱਡੇ ਵੱਡੇ ਪਾਪ ਕਰਨ ਲੱਗ ਪਿਆ ਹਾਂ। ਰਾਹ ਦੇ ਵਿੱਚ ਰਾਜਾ ਬਿਕਰਮਾਜੀਤ ਨੂੰ ਮਿਲਿਆ। ਉਹਨੇ ਪਕੜ ਕਰਕੇ ਇਹਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਸੀ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਨ ਬੋਲੀ ਹੈ ਭੂਪਤ ਪਾਪੀ। ਜਿਸ ਵਕਤ ਇਸ ਸ਼ਿਕਾਰੀ ਨੂੰ ਮਹਾਰਾਜੇ ਬਿਕਰਮਾਜੀਤ ਨੇ ਪਹਿਲਾਂ ਬੜੀ ਸਜ਼ਾ ਭੁਗਤਾਈ ਅਤੇ ਫਿਰ ਇਹਨੂੰ ਕੈਦ ਦੇ ਅੰਦਰ ਬੰਦ ਕਰ ਦਿੱਤਾ ਸੀ। ਔਰ ਜਦੋਂ ਜਿਹੜੇ ਦੇ ਨੌਕਰ ਚਾਕਰ ਸ਼ਿਕਾਰੀ ਦੀ ਬੜੀ ਮਾਰ ਕੁਟਾਈ ਕਰ ਰਹੇ ਸੀ, ਇੱਕ ਦਾਸੀ ਦੇ ਮਨ ਦੇ ਅੰਦਰ ਤਰਸ ਆਇਆ। ਉਹਨੇ ਮਰਦਾਨਾ ਪੇਖ ਪਾ ਕਰਕੇ ਇਹਨੂੰ ਤਾਂ ਬਾਹਰ ਕਢਵਾ ਦਿੱਤਾ ਅਤੇ ਆਪ ਉਸ ਦੀ ਥਾਂ 'ਤੇ ਕੈਦ ਦੇ ਅੰਦਰ ਬੰਦ ਹੋ ਜਾਂਦੀ ਹੈ। ਕਾਫੀ ਦਿਨਾਂ ਤੋਂ ਬਾਅਦ ਮਹਾਰਾਜਾ ਬਿਕਰਮਾਜੀਤ ਨੇ ਯਾਦ ਕੀਤਾ ਵੀ ਮੈਂ ਇੱਕ ਸ਼ਿਕਾਰੀ ਨੂੰ ਸਜ਼ਾ ਦੇਣ ਦੇ ਲਈ ਜੇਲ੍ਹ ਦੇ ਅੰਦਰ ਬੰਦ ਕੀਤਾ ਹੋਇਆ। ਪਰ ਜਦੋਂ ਪਰੀ ਸਭਾ ਦੇ ਵਿੱਚ ਸਾਹਮਣੇ ਇਹ ਅਵਲਾ ਮਹਾਰਾਜਾ ਬਿਕਰਮਾਜੀਤ ਦੇ ਸਾਹਮਣੇ ਹਾਜ਼ਰ ਹੋਈ ਸੀ। ਮੈਂ ਪੰਦਕ ਪਾਪੀ ਸੰਤਾਪੀ। ਕਹਿ ਲੱਗੀ ਹੈ ਰਾਜਨ ਦੇਖ ਮੈਂ ਰੋਈਆਂ ਬੀਆਵਾਨਾਂ 'ਚ ਪਤਾ ਨਹੀਂ ਕਿਤਨੇ ਵੱਡੇ ਵੱਡੇ ਘੋਰ ਪਾਪ ਕੀਤੇ ਹਨ ਅਤੇ ਬੜੇ ਜਾਨਵਰ ਪੰਛੀਆਂ ਨੂੰ ਵੀ ਮਾਰਿਆ ਸੀ। ਮਹਾ ਪਾਪ ਤੇਰ ਮੈਂ ਦੇਖੋ। ਪਰ ਤੇਰੇ ਵਿੱਚ ਵੀ ਮੈਨੂੰ ਇੱਕ ਬਹੁਤ ਵੱਡਾ ਭਾਰੀ ਪਾਪ ਸਾਹਮਣੇ ਨਜ਼ਰ ਆਉਣ ਲੱਗ ਪਿਆ ਹੈ। ਮੋ ਮਨ ਆਚਾਰਜ ਭਇਓ ਵਿਸ਼ੇਖੋ। ਦੇ ਕਰਕੇ ਮੇਰੇ ਮਨ ਦੇ ਵਿੱਚ ਤਾਂ ਵਾਰ-ਵਾਰ ਬੜੀ ਜਿਹੜੀ ਹੈਰਾਨਗੀ ਪੈਦਾ ਹੋਣ ਲੱਗ ਪਈ ਹੈ। ਤੁਬ ਘਰ ਕੋ ਭੋਜਨ ਅਰ ਬਾਰੀ। ਜਦੋਂ ਦਾ ਮੈਂ ਆ ਤੇਰੇ ਘਰ ਦਾ ਭੋਜਨ ਪਾਣੀ ਆ ਕਰਕੇ ਇਸ ਥਾਂ 'ਤੇ ਖਾਧਾ ਹੈ। ਖਾਬਤ ਹੀ ਪਲਟਿਓ ਤਨ ਨਾਰੀ। ਆ ਦੇਖੋ ਅੰਨ ਪਾਣੀ ਖਾਂਦਿਆਂ ਖਾਂਦਿਆਂ ਆ ਮੇਰੇ ਸਰੀਰ ਦੀ ਜਿਹੜੀ
ਰੂਪ ਰੇਖਾ ਹੀ ਬਦਲ ਚੁੱਕੀ ਹੈ। ਪੁਰਖ ਦੀ ਕਰ ਦੀਜੈ ਮੋਹੀ। ਕਹਿ ਲੱਗੀ ਵੀ ਮੈਂ ਤਾਂ ਹੁਣ ਪਹਿਲਾਂ ਦੇ ਸਮਾਨ ਆਪਣਾ ਜਿਹੜਾ ਸਰੀਰ ਮਰਦਾਂ ਵਾਲਾ ਤੇਰੇ ਪਾਸੋਂ ਕਰਵਾਉਣਾ ਚਾਹੁੰਦੀ ਆ। ਨਤ ਮੈਂ ਮਰੋਂ ਅਗਰ ਅਬ ਤੋਹੀ। ਜੇ ਨਹੀਂ ਕਰੇਗਾ ਫਿਰ ਮੈਂ ਤੇਰੇ ਮੀਰਾਂ ਵਜ਼ੀਰਾਂ ਦੇ ਸਾਹਮਣੇ ਹੁਣੇ ਹੀ ਖੁਦ ਕਸ਼ੀ ਕਰਕੇ ਆਪਣੇ ਪ੍ਰਾਣ ਤਿਆਗ ਦੇਣੇ ਹਨ। ਸੁਨ ਮਹੀਪ ਮਨ ਹਵੈ ਬਿਸਮਾਨਾ। ਇਹ ਸੁਣ ਕਰਕੇ ਮਹਾਰਾਜਾ ਬਿਕਰਮਾਜੀਤ ਹਿਰਦੇ ਦੇ ਵਿੱਚ ਬੜਾ ਹੈਰਾਨ ਜਾ ਹੋ ਗਿਆ ਵੀ ਇਹ ਕਿਹੋ ਜਿਹਾ ਕੌਤਕ ਵਰਤ ਚੁੱਕਿਆ ਹੈ। ਮਹਿਦ ਸ਼ੋਕ ਮਹਿ ਭਾਗਲ ਤਾਨਾ। ਸੁਣਨ ਅਨੁਸਾਰ ਇਸ ਅਬਲਾ ਤੋਂ ਮਹਾਰਾਜਾ ਬਿਕਰਮਾਜੀਤ ਬੜੇ ਸ਼ੋਕ ਦੇ ਵਿੱਚ ਬੜਾ ਗਲਤਾਨ ਹੋ ਗਿਆ ਸੀ। ਕਰੋ ਜਤਨ ਮੈਂ ਨਹਿ ਤਜ ਪ੍ਰਾਨਾ। ਕਹਿ ਲੱਗਿਆ ਵੀ ਦੇਖ ਤੇਰਾ ਜਿਹੜਾ ਪਹਿਲਾਂ ਵਾਲਾ ਸਰੀਰ ਬਣਾਉਣ ਦੇ ਲਈ ਮੈਂ ਯਤਨ ਤਾਂ ਕਰੂੰਗਾ ਜ਼ਰੂਰ, ਜੇ ਸਫਲਤਾ ਨਾ ਮਿਲੀ ਤੇ ਫਿਰ ਮੈਂ ਆਪਣੇ ਪ੍ਰਾਣ ਹੀ ਤਿਆਗ ਦੇਣੇ ਹਨ। ਬਹੁ ਚਿੰਤਾ ਕਰ ਬਹੁਰ ਬਖਾਨਾ। ਬੜੀ ਚਿੰਤਾ ਬੜਾ ਫਿਕਰ ਇਹ ਸੀ ਬੜਾ ਧਰਮਾਤਮਾ ਮਹਾਰਾਜਾ ਬਿਕਰਮਾਜੀਤ ਵੀ ਜੇ ਮਾੜੀ ਜੀ ਗਲਤੀ ਕੋਈ ਹੋ ਜਿਹਾ ਪਾਪ ਹੋ ਵੀ ਜਾਏ, ਧਰਮਾਤਮਾ ਪੁਰਸ਼ ਦੇ ਮਨ ਦੇ ਵਿੱਚ ਕੁਦਰਤੀ ਤੌਰ 'ਤੇ ਬੜਾ ਪਛਤਾਵਾ ਜਿਹੜਾ ਪੈਦਾ ਹੋਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੁਣ ਜਦੋਂ ਜੀਆਂ ਗੱਲਾਂ ਬਾਤਾਂ ਦਾਸੀ ਦੇ ਕੋਲੋਂ ਸੁਣੀਆਂ, ਮਹਾਰਾਜਾ ਬਿਕਰਮਾਜੀਤ ਦੇ ਮਨ ਦੇ ਵਿੱਚ ਵੀ ਬੜੀ ਚਿੰਤਾ ਖੜੀ ਹੋ ਗਈ ਸੀ। ਹਿਮ ਦੇ ਧੀਰਜ ਰਾਤ ਗੁਜ਼ਾਰੀ। ਇਸ ਨੂੰ ਧੀਰਜ ਦੇ ਕਰਕੇ ਰਾਜੇ ਨੇ ਇੱਕ ਰਾਤ ਬਤੀਤ ਕੀਤੀ ਹੈ। ਉਠਿਓ ਪ੍ਰਾਤ ਕੀਨ ਸਤਬ ਤਿਆਰੀ। ਸਵੇਰੇ ਉੱਠਣ ਸਾਰੀ ਮਹਾਰਾਜਾ ਬਿਕਰਮਾਜੀਤ ਨੇ ਆਪਣੀ ਸਾਰੀ ਤਿਆਰੀ ਕਰ ਲਈ ਸੀ। ਚੜ ਤੁਰੰਗ ਪਰ ਬਨ ਮਹਿ ਗਇਓ। ਘੋੜੇ ਤੇ ਹੋ ਕਰਕੇ ਸਵਾਰ ਮਹਾਰਾਜਾ ਬਿਕਰਮਾਜੀਤ ਰੋਈਆਂ ਬਿਆਵਾਨਾਂ ਦੇ ਵੱਲ ਚੱਲ ਪਏ ਹਨ। ਇਹ ਤੋਤ ਦੇਖਤ ਵਿਚਰਤ ਭਇਓ। ਹੁਣ ਥਾਂ ਥਾਂ ਤੇ ਕਿਸੇ ਰਿਸ਼ੀ ਮੁਨੀ ਸਾਧੂ ਫਕੀਰ ਦੀ ਭਾਲ ਕਰਨ ਲੱਗ ਪਿਆ ਵੀ ਉਹਦੇ ਕੋਲੋਂ ਮੈਂ ਕੋਈ ਨਾ ਕੋਈ ਹੋ ਜਿਹਾ ਢੰਗ ਤਰੀਕਾ ਸਿੱਖ ਲੈਣਾ ਹੈ। ਤਾਹਾਂ ਪਾਰ ਦੀ ਬੈਠਿਓ ਸੋਈ। ਅੱਗੇ ਉਹੀ ਜਿਹੜਾ ਸ਼ਿਕਾਰੀ ਸਮਾਧੀ ਲਗਾ ਕਰਕੇ ਜੰਗਲਾ ਬਿਆਵਾਨਾਂ ਦੇ ਵਿੱਚ ਬੈਠਾ ਸੀ। ਤਾਪੇ ਤਬੀਸ ਤਾਪਸੀ ਹੋਈ। ਹੁਣ ਜਿਸ ਨੇ ਤਪੱਸਿਆ ਕਰਨ ਦੇ ਲਈ ਆਪਣਾ ਜਿਹੜਾ ਲਿਬਾਸ ਵੀ ਹੋ ਜਿਹਾ ਸਾਧੂ ਫਕੀਰਾਂ ਤਪੱਸਵੀਆਂ ਦੇ ਸਮਾਨ ਬਣਾਇਆ ਹੋਇਆ ਸੀ, ਚੌਂਕੜਾ ਮਾਰ ਕੇ ਜੰਗਲ ਦੇ ਵਿੱਚ ਬੈਠਾ ਹੈ। ਮਹਿ ਪਤਨੀ ਅਬਲੋਕ ਹਸੀਨਾ। ਜਦੋਂ ਰਾਜੇ ਦੀ ਨਿਗਾਹ ਇਸ ਸਾਧੂ ਫਕੀਰ ਦੇ ਉੱਪਰ ਪਈ, ਇਹ ਵੀ ਜਾ ਕਰਕੇ ਇਹਦੇ ਪਾਸ ਬੈਠ ਗਿਆ ਸੀ। ਜਾਨ ਤਪੀ ਪਦ ਬੰਧਨ ਕੀਨਾ। ਮਹਾਰਾਜਾ ਬਿਕਰਮਾਜੀਤ ਨੂੰ ਕੋਈ ਪਤਾ ਤਾਂ ਹੈ ਨਹੀਂ ਵੀ ਤਾਂ ਉਹੀ ਹੈ ਸ਼ਿਕਾਰੀ ਜਿਹਨੂੰ ਮੈਂ ਕੈਦ ਦੇ ਅੰਦਰ ਬੰਦ ਕੀਤਾ। ਪਰ ਹੁਣ ਇਹਨੇ ਸਾਧੂਆਂ ਫਕੀਰਾਂ ਵਾਲੇ ਜਿਹੜੇ ਵਸਤਰ ਧਾਰਨ ਕੀਤੇ ਹੋਏ ਸੀ, ਕਮਾਈ ਕਰਦਿਆਂ ਇਹਦੇ ਮਨ ਦੇ ਵਿੱਚ ਵੀ ਬੜੀ ਇਕਾਗਰਤਾ ਪੈਦਾ ਹੋ ਗਈ ਹੈ। ਉਹ ਸਮੇਂ ਨੇ ਆਪਣੇ ਧਿਆਨ ਦੇ ਵਿੱਚ ਬੈਠਿਆ ਹੋਇਆ ਰਾਜੇ ਦਾ ਕੋਈ ਖਿਆਲ ਨਹੀਂ ਕੀਤਾ ਵੀ ਮੇਰੇ ਪਾਸ ਕੌਣ ਆ ਕਰਕੇ ਖੜਾ ਹੋ ਗਿਆ ਹੈ। ਹੋਈ ਅਨਿਛਤ ਸੋ ਥਿਰ ਰਹਿਓ। ਬਿਨਾਂ ਇੱਛਾ ਤੋਂ ਇਹ ਹੁਣ ਆਪਣੀ ਇਕਾਗਰਤਾ ਦੇ ਵਿੱਚ ਮਗਨ ਹੋ ਕਰਕੇ ਬੈਠਾ ਸੀ। ਮਹਿਪਤ ਸੋ ਕੁਛ ਕਹਿਓ ਨਾ ਲਹਿਓ। ਮਹਾਰਾਜਾ ਬਿਕਰਮਾਜੀਤ ਦੇ ਨਾਲ ਕੋਈ ਵੀ ਇਹ ਤਪਸਵੀ ਨੇ ਆਪਣੇ ਵੱਲੋਂ ਗੱਲਬਾਤ ਨਹੀਂ ਕੀਤੀ। ਨੇਤਰ ਇਹਨੇ ਆਪਣੇ ਪਹਿਲਾਂ ਹੀ ਬੰਦ ਕੀਤੇ ਹੋਏ ਸਨ। ਵੱਡ ਮਹਾਤਮਾ ਤਪਸੀ ਜਾਨਾ। ਮਹਾਰਾਜਾ ਬਿਕਰਮਾਜੀਤ ਨੇ ਦੇਖਿਆ ਵੀ ਤਾਂ ਕੋਈ ਬਹੁਤ ਵੱਡੀ ਕਮਾਈ ਵਾਲਾ ਮਹਾਂਪੁਰਖ ਹੈ ਜਿਹਨੇ ਮੇਰੇ ਆਉਣ ਤੋਂ ਵੀ ਆਪਣੇ ਦੇਖੋ ਨੇਤਰ ਨਹੀਂ ਖੋਲ੍ਹੇ ਹਨ। ਮੋਹ ਨਾ ਕਰੋਹ ਨਾ ਲੋਭ ਨਾ ਮਾਨਾ। ਮੈਨੂੰ ਤਾਂ ਇਹੋ ਲੱਗਦਾ ਇਹਦੇ ਮਨ ਦੇ ਵਿੱਚ ਨਾ ਮੋਹ ਹੈ ਨਾ ਕ੍ਰੋਧ ਹੈ। ਇਹਨੇ ਤਾਂ ਆਪਣੀਆਂ ਸਾਰੀਆਂ ਬਾਸ਼ਨਾਵਾਂ ਹੀ
ਮਨ ਦੇ ਅੰਦਰ ਖਹਿ ਕੀਤੀਆਂ ਹੋਈਆਂ ਹਨ। ਸਾਦਰ ਤੀ ਚੜਾਈ ਕਰ ਲਿਆਇਓ। ਇਸ ਨੂੰ ਬਹੁਤ ਵੱਡਾ ਕੋਈ ਮਹਾਨ ਕਰਨੀ ਦਾ ਮਾਲਕ ਜਾਣ ਕੇ ਮਹਾਰਾਜਾ ਬਿਕਰਮਾਜੀਤ ਨੇ ਘੋੜੇ ਦੇ ਉੱਪਰ ਬਿਠਾ ਲਿਆ ਸੀ। ਨਿਜ ਗਾਦੀ ਪਰ ਆਣ ਬਿਠਾਇਓ। ਆ ਕਰਕੇ ਉਸ ਸ਼ਿਕਾਰੀ ਨੂੰ ਆਪਣੇ ਰਾਜ ਭਾਗ ਦੇ ਸਿੰਘਾਸਣ ਦਾ ਮਾਲਕ ਬਣਾ ਦਿੱਤਾ ਹੈ। ਸਭ ਸਚ ਵਿਨ ਕੀ ਸੰਗ ਬਖਾਨਾ। ਜਿਹੜੇ ਹੁਣ ਇਹਨੇ ਆਪਣੇ ਵੱਡੇ ਵੱਡੇ ਅਮੀਰ ਵਜ਼ੀਰ ਰਾਜ ਪ੍ਰਬੰਧ ਚਲਾਉਣ ਦੇ ਲਈ ਰੱਖੇ ਹੋਏ ਸਨ, ਉਹਨਾਂ ਨੂੰ ਮਹਾਰਾਜਾ ਬਿਕਰਮਾਜੀਤ ਦੀ ਫਿਰ ਕਹਿਣ ਲੱਗੇ ਸਨ, ਇਹ ਮਮ ਗੁਰ ਹੈ ਤਪੀ ਮਹਾਨਾ। ਵੀ ਦੇਖੋ ਇਹ ਬਹੁਤ ਵੱਡਾ ਮਹਾਨ ਤਪਸਵੀ, ਇਹਨੂੰ ਮੈਂ ਹੁਣ ਆਪਣਾ ਗੁਰੂ ਧਾਰਨ ਕਰ ਲਿਆ। ਹਟ ਕੇ ਮੈਂ ਨਾ ਆਏ ਹਾਂ ਜਾਵਦ। ਵੀ ਜਿਤਨਾ ਚਿਰ ਮੈਂ ਰੋਈਆਂ ਬਿਆਵਾਨਾਂ ਚੋਂ ਤਪੱਸਿਆ ਕਰਕੇ ਵਾਪਸ ਨਹੀਂ ਆਉਣਾ ਹੈ। ਇਸ ਆਗਿਆ ਮੈਂ ਰਹਿਓ ਤਾਵਦ। ਅਮੀਰਾਂ ਵਜ਼ੀਰਾਂ ਨੂੰ ਸਮਝਾਇਆ ਵੀ ਉਤਨਾ ਟਾਈਮ ਤੁਸੀਂ ਸਾਰਿਆਂ ਨੇ ਇਹਦੀ ਆਗਿਆ ਦੇ ਵਿੱਚ ਹੀ ਸਦਾ ਵਾਸਤੇ ਚੱਲਣਾ। ਹੁਣ ਇਹ ਮੇਰੇ ਵੱਲੋਂ ਰਾਜ ਭਾਗ ਦਾ ਮਾਲਕ ਬਣ ਚੁੱਕਿਆ ਹੈ। ਨਿਜ ਨਿਜ ਥਲ ਪਰ ਸਭਨ ਟਿਕਾਈ। ਹੁਣ ਸਾਰਿਆਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਮਹਾਰਾਜਾ ਬਿਕਰਮਾਜੀਤ ਨੇ ਆਪਣੇ ਵੱਲੋਂ ਲਗਾ ਦਿੱਤੀਆਂ ਸਨ। ਕਹਿ ਕਰ ਗਮਨਿਓ ਬਿਕਰਮ ਰਾਈ। ਇਹਦੇ ਮਨ ਦੇ ਵਿੱਚ ਵੀ ਬੜਾ ਬਰਾਗ ਪੈਦਾ ਹੋ ਗਿਆ ਸੀ। ਸਾਰੇ ਗੱਲਬਾਤ ਸਮਝਾ ਕੇ ਆਪ ਮਹਾਰਾਜਾ ਰੋਈਆਂ ਬਿਆਵਾਨਾਂ ਦੇ ਵੱਲ ਚੱਲ ਪਿਆ ਹੈ। ਕਾਨਨ ਮਹਿ ਤਪ ਕਰਨੇ ਲਾਗਾ। ਜਾ ਕਰਕੇ ਬੜੇ ਘੋਰ ਜੰਗਲਾਂ ਦੇ ਵਿੱਚ ਇਹਨੇ ਵੀ ਆਪਣੀ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਤ੍ਰਿਮਤ ਕਰੋ ਪੁਰਖ ਕ੍ਰਿਤ ਪਾਗਾ। ਇਸ ਫੁਰਨੇ ਦੇ ਵਿੱਚ ਇਹਦਾ ਜਿਹੜਾ ਹਿਰਦਾ ਜੁੜ ਚੁੱਕਿਆ ਸੀ ਵੀ ਕਿਵੇਂ ਨਾ ਕਿਵੇਂ ਸਾਧਨਾ ਕਰਕੇ ਮੈਂ ਉਸ ਇਸਤਰੀ ਦੇ ਸਰੀਰ ਨੂੰ ਇੱਕ ਪੁਰਖ ਦੇ ਰੂਪ ਦੇ ਵਿੱਚ ਜ਼ਰੂਰ ਬਦਲਣਾ ਹੈ। ਤਪਸੀ ਪੰਦਕ ਬੈਠਿਓ ਰਾਜਾ। ਹੁਣ ਜਿਹੜਾ ਵਿਚਾਰਾ ਸ਼ਿਕਾਰੀ ਹੈ, ਜਾਨਵਰਾਂ ਨੂੰ ਮਾਰਨ ਵਾਲਾ, ਉਹ ਰਾਜੇ ਦੇ ਤਖਤ ਦੇ ਉੱਪਰ ਬੈਠ ਗਿਆ ਸੀ। ਸਭ ਸੇਵਤ ਭੀ ਰਾਜ ਸਮਾਜਾ। ਜਿਵੇਂ ਜਿਵੇਂ ਮਹਾਰਾਜੇ ਨੇ ਆਗਿਆ ਕੀਤੀ, ਇਹ ਵੱਡੇ ਵੱਡੇ ਅਮੀਰ ਵਜ਼ੀਰ ਸਾਰੇ ਦੀ ਸੇਵਾ ਕਰਨ ਲੱਗ ਪਏ ਸਨ। ਗਨ ਮੰਤਰੀ ਨਿਜ ਨਿਕਟ ਬੁਲਾਈ। ਉਸ ਵਕਤ ਇਹਨੇ ਵੀ ਵੱਡੇ ਵੱਡੇ ਮੰਤਰੀਆਂ ਨੂੰ, ਸਿਆਣੇ ਸਿਆਣੇ ਪਤਵੰਤ ਸੱਜਣਾ ਨੂੰ ਆਪਣੇ ਪਾਸ ਬੁਲਾਇਆ ਹੈ। ਸਭ ਸੋ ਮਨ ਕੋ ਮਤੋ ਬਨਾਈ। ਉਹ ਸਮੇਂ ਜੋ ਵੀ ਮਤਾ ਇਹਨੇ ਆਪਣੇ ਅੰਦਰ ਧਾਰਨ ਕੀਤਾ ਹੋਇਆ ਸੀ। ਗਹੀ ਜੋ ਦਾਸੀ ਸੋ ਮੰਗਵਾਈ। ਹੁਣ ਜਿਹੜੀ ਦਾਸੀ ਵਿਚਾਰੀ ਕੈਦ ਦੇ ਵਿੱਚ ਬੰਦ ਕੀਤੀ ਹੋਈ ਸੀ, ਨੌਕਰਾਂ ਨੂੰ ਕਹਿ ਕਰਕੇ ਉਹਨੂੰ ਵੀ ਇਹਨੇ ਆਪਣੇ ਪਾਸ ਬੁਲਾ ਲਿਆ। ਰਾਜ ਕਰਨ ਪਰ ਤੁਰਤ ਬਿਠਾਈ। ਹੁਣ ਉਸ ਦਾਸੀ ਨੂੰ ਇਸ ਸ਼ਿਕਾਰੀ ਨੇ ਰਾਜ ਭਾਗ ਕਰਨ ਦੇ ਲਈ ਉਸ ਸਿੰਘਾਸਣ ਦੇ ਉੱਪਰ ਬਿਠਾ ਦਿੱਤਾ ਹੈ। ਆਪ ਗਇਓ ਬਨ ਤਿਸੀ ਸਥਾਨਾ। ਇਹ ਆਪ ਵੀ ਆਪਣੀ ਪਹਿਲੀ ਵਾਲੀ ਜਗ੍ਹਾ ਤੇ ਬੜੀ ਘੋਰ ਤਪੱਸਿਆ ਕਰਨ ਦੇ ਲਈ ਰੋਈਆਂ ਬਿਆਬਾਨਾਂ ਦੇ ਵਿੱਚ ਵਾਪਸ ਮੁੜ ਗਿਆ ਸੀ। ਲਾਗਿਓ ਤਪ ਕੋ ਤਪਨ ਮਹਾਨਾ। ਉੱਥੇ ਫਿਰ ਬੜਾ ਜਿਹੜਾ ਕਠਨ ਤਪ ਆਪ ਵੀ ਜਾ ਕੇ ਕਰਨ ਲੱਗ ਪਿਆ ਹੈ। ਸਚ ਬਸਕਲ ਮਿਲ ਦਾਸੀ ਪਾਸ। ਹੁਣ ਜਿਹੜਾ ਅਮੀਰ ਵਜ਼ੀਰ ਉਹਨਾਂ ਨੇ ਤਾਂ ਆਪਣੇ ਮਾਲਕ ਦੀ ਆਗੇ ਹੀ ਮੰਨਣੀ ਹੈ। ਉਹ ਸਾਰੇ ਫਿਰ ਇਸ ਦਾਸੀ ਦੇ ਹੁਕਮ ਦੇ ਵਿੱਚ ਚੱਲਣ ਲੱਗ ਪਏ ਸੀ। ਹੱਥ ਜੋਰ ਕੀਨਸ ਅਰਦਾਸ। ਇਹਨਾਂ ਨੇ ਦੋਵੇਂ ਹੱਥ ਜੋੜ ਕਰਕੇ ਉਸ ਦਾਸੀ ਦੇ ਅੱਗੇ ਬੇਨਤੀ ਕੀਤੀ ਸੀ, ਗੁਰ ਸਥਾਨ ਬੈਠੀ ਕਰ ਰਾਜ। ਵੀ ਦੇਖੋ ਤੁਸੀਂ ਸਾਡੇ ਗੁਰੂਆਂ ਦੇ ਸਥਾਨ ਦੇ ਉੱਪਰ ਬੈਠ ਕਰਕੇ ਨਾ ਬਹੁਤ ਵੱਡਾ ਰਾਜ ਭਾਗ ਕਰ ਰਹੇ ਹੋ। ਤੋਬੇ ਅਨੁਸਾਰੀ ਸਰਬ ਸਮਾਜ। ਅਸੀਂ ਤਾਂ ਮਹਾਰਾਜਾ ਬਿਕਰਮਾਜੀਤ ਦਾ ਜਿਹੜਾ ਹੁਕਮ ਹੈ ਉਹਦੀ ਪਾਲਣਾ ਕਰਨੀ ਹੈ ਸਦਾ ਵਾਸਤੇ। ਆ ਸਾਰੇ ਸਾਡੇ ਜਿਹੜੇ ਅਮੀਰ ਵਜ਼ੀਰ ਇਹਨਾਂ ਨੇ ਵੀ ਤੁਹਾਡੇ ਹੁਕਮ ਦੇ ਵਿੱਚ ਰਹਿ ਕੇ ਸਾਰਾ
ਰਾਜ ਪ੍ਰਬੰਧ ਸੰਭਾਲਣਾ ਹੈ। ਆਗਿਆ ਕਹੋ ਕਰੈ ਹਮ ਸੋਈ। ਜਿਵੇਂ ਤੁਹਾਡੀ ਆਗਿਆ ਹੋਊ ਉਸੇ ਤਰ੍ਹਾਂ ਅਸੀਂ ਆ ਰਾਜ ਭਾਗ ਦੇ ਸਾਰੇ ਕਾਰਜ ਵੀ ਕਰੀ ਜਾਣੇ ਹਨ। ਬਸ ਬਰਤੀ ਤਬ ਹੈ ਸਭ ਕੋਈ। ਔਰ ਜਿਤਨੇ ਵੀ ਆ ਨੌਕਰ ਚਾਕਰ ਫੌਜਾਂ ਇਹ ਰਾਜੇ ਨੇ ਤੁਹਾਡੇ ਅਧੀਨ ਕਰ ਦਿੱਤੀਆਂ ਹਨ। ਸੁਨ ਦਾਸੀ ਨੇ ਹੁਕਮ ਬਖਾਨਾ। ਸੁਣ ਕਰਕੇ ਇਹ ਦਾਸੀ ਇਹਨਾਂ ਮੀਰਾ ਵਜ਼ੀਰਾਂ ਨੂੰ ਆਪਣੇ ਵੱਲੋਂ ਕਹਿਣ ਲੱਗੀ ਸੀ ਪਕੜੋ ਜਹ ਸ਼੍ਰੀ ਵਿਸ਼ਨ ਮਹਾਨਾ। ਵੀ ਆ ਇੱਕ ਮੇਰੀ ਤੁਹਾਨੂੰ ਆਗੇ ਹੈ, ਜਿੱਥੇ ਵੀ ਮਿਲੇ ਤੁਸੀਂ ਨਾ ਚਤੁਰਭੁਜੀ ਵਿਸ਼ਨੂੰ ਭਗਵਾਨ ਜੀ ਨੂੰ ਪਕੜ ਕੇ ਮੇਰੇ ਪਾਸ ਲਿਆਉਣਾ ਹੈ। ਸੱਚ ਬਸੈਨ ਨਿਰਪਕੇ ਨਰ ਜੀਈ। ਜਦੋਂ ਇਹ ਆਗਿਆ ਕੀਤੀ ਤੇ ਉਸੇ ਟਾਈਮ ਤੇ ਵੱਡੇ ਵੱਡੇ ਜਰਨੈਲ ਸੈਨਾ ਨੂੰ ਲੈ ਕਰਕੇ ਚੱਲ ਪਏ ਹਨ। ਖੋਜਨ ਜਾਹੇ ਸਕਲ ਮਿਲ ਤੇਈ। ਜਿਵੇਂ ਆਗਿਆ ਕਰੀ ਰੋਈਆਂ ਬਿਆਵਾਨਾਂ 'ਚ ਵਿਸ਼ਨੂੰ ਜੀ ਨੂੰ ਜਾ ਕਰਕੇ ਲੱਭਣ ਲੱਗ ਪਏ ਹਨ। ਬਿਨ ਪਕੜੇ ਨਹਿ ਹਟ ਕਰ ਆਵੋਂ। ਉਸ ਸਮੇਂ ਕਹਿਣ ਲੱਗੇ ਵੀ ਜਿਤਨਾ ਚਿਰ ਵਿਸ਼ਨੂੰ ਜੀ ਸਾਡੇ ਹੱਥ ਨਹੀਂ ਲੱਗਦੇ ਉਤਨਾ ਟਾਈਮ ਅਸੀਂ ਵੀ ਵਾਪਸ ਮੁੜ ਕਰਕੇ ਨਹੀਂ ਆਉਣਾ ਹੈ। ਦੇਸ਼ ਵਿਦੇਸ਼ਨ ਮੈਂ ਫਿਰ ਪਾਵੋਂ। ਹੁਣ ਫੌਜਾਂ ਚਾਰੇ ਪਾਸੇ ਦੇਸ਼ਾਂ ਵਿਦੇਸ਼ਾਂ ਪਹਾੜਾਂ ਔਰ ਰੋਈਆਂ ਦੇ ਵਿੱਚ ਘੁੰਮਣ ਲੱਗ ਪਈਆਂ ਹਨ। ਸੁਣ ਤੋ ਹੁਕਮ ਕੋ ਜਹ ਜਹ ਧਾਈ। ਜਿੱਥੇ ਜਿੱਥੇ ਵੀ ਇਹਨਾਂ ਨੂੰ ਦਾਸੀ ਨੇ ਆਪਣੇ ਵੱਲੋਂ ਹੁਕਮ ਕੀਤਾ ਸੀ ਅਨ ਕਿਉ ਪਾਵ ਕਰੈ ਬਲ ਲਾਈ। ਹੁਣ ਆਪਣੇ ਵੱਲੋਂ ਤਾਂ ਇਹਨਾਂ ਨੇ ਬੜਾ ਬਲ ਲਗਾਉਣਾ ਸ਼ੁਰੂ ਕੀਤਾ ਵੀ ਕਿਵੇਂ ਨਾ ਕਿਵੇਂ ਸਾਨੂੰ ਵਿਸ਼ਨੂੰ ਜੀ ਜੇ ਕਿਤੋਂ ਲੱਭ ਜਾਣਗੇ। ਸਗਰੋ ਨਗਰ ਭਇਓ ਬੈਰਾਨ। ਹੁਣ ਵੱਡੇ ਵੱਡੇ ਨਗਰ ਸ਼ਹਿਰ ਉਹ ਵੀ ਬੜੇ ਬੈਰਾਨ ਹੋ ਗਏ ਸਨ। ਖੋਜਹਿ ਜਿਤ ਕੀਤਾ ਵਿਸ਼ਨ ਸੋ ਜਾਨ। ਹੁਣ ਸਾਰੇ ਮਿਲ ਕਰਕੇ ਵਿਸ਼ਨੂੰ ਜੀ ਦੀ ਜਿਹੜੀ ਖੋਜ ਕਰਨ ਲੱਗ ਪਏ ਸੀ। ਕਰਤ ਜਤਨ ਕੋ ਪੁਸ਼ਕਰ ਆਈ। ਜਦੋਂ ਯਤਨ ਕਰਦਿਆਂ ਪੁਸ਼ਕਰ ਦੀ ਧਰਤੀ ਤੇ ਪਹੁੰਚੇ ਸਨ। ਏਕ ਗੁਫਾ ਦੇਖੀ ਤਿਸ ਥਾਈ। ਉਸ ਥਾਂ ਤੇ ਨਾ ਸਾਰਿਆਂ ਨੇ ਇੱਕ ਬਹੁਤ ਵੱਡੀ ਡੂੰਘੀ ਗੁਫਾ ਸਾਹਮਣੇ ਦੇਖੀ ਸੀ। ਖੋਜਤੀ ਅੰਤਰ ਜਾਏ ਪਰਵੇਸ਼ੀ। ਹੁਣ ਲੱਭਦਿਆਂ ਇਹ ਵੀ ਸਾਰੇ ਉਸ ਗੁਫਾ ਦੇ ਵਿੱਚ ਪ੍ਰਵੇਸ਼ ਕਰ ਗਏ ਸਨ। ਤਹ ਪਾਇਓ ਇੱਕ ਸਿੱਧ ਵਿਸ਼ੇਸ਼ੀ। ਉੱਥੇ ਫਿਰ ਇਹਨਾਂ ਨੂੰ ਇੱਕ ਇਹੋ ਜਿਹਾ ਸਿੱਧ ਪੁਰਸ਼ ਕਰਾਮਾਤਾਂ ਸ਼ਕਤੀਆਂ ਦਾ ਮਾਲਕ ਮਿਲਿਆ ਸੀ। ਨਮੋ ਕਰੀ ਨਿਜ ਕਾਜ ਸੁਨਾਇਓ। ਜਦੋਂ ਜਾ ਕਰਕੇ ਜਰਨੈਲਾਂ ਨੇ ਸਿਪਾਹੀਆਂ ਨੇ ਨਮਸਕਾਰ ਕੀਤੀ, ਪੁੱਛਣ ਲੱਗਿਆ ਵੀ ਤੁਸੀਂ ਇੱਥੇ ਮੇਰੀ ਗੁਫਾ ਦੇ ਵਿੱਚ ਕਿਵੇਂ ਆ ਗਏ ਹੋ। ਇਹਨਾਂ ਨੇ ਵੀ ਫਿਰ ਆਪਣੇ ਆਉਣ ਦਾ ਜਿਹੜਾ ਮਨੋਰਥ ਇਸ ਸਿੱਧ ਪੁਰਸ਼ ਨੂੰ ਦੱਸ ਦਿੱਤਾ ਹੈ। ਹਾਰ ਭਰੇ ਹਮ ਵਿਸ਼ਨ ਨਾ ਪਾਇਓ। ਕਹਿ ਲਗੇ ਮਹਾਂਪੁਰਖੋ ਦਸੀਏ ਕੀ ਸਾਡੇ ਮਾਲਕ ਨੇ ਸਵਾਲ ਹੀ ਕਿਹੋ ਜਿਹਾ ਪਾ ਦਿੱਤਾ ਹੈ ਤੇ ਅਸੀਂ ਵਿਸ਼ਨੂੰ ਜੀ ਨੂੰ ਲੱਭਦਿਆਂ ਸਾਰੇ ਬੜੇ ਥੱਕ ਚੁੱਕੇ ਹਾਂ। ਕਿਤੋਂ ਵੀ ਕੋਈ ਉਹਦੀ ਖਬਰਸਾਰ ਸਾਨੂੰ ਨਹੀਂ ਪ੍ਰਾਪਤ ਹੋਈ ਹੈ। ਪ੍ਰਾਨ ਦਾਨ ਦਿਓ ਕਰੋ ਬਤਾਵਨ। ਜੇ ਤੁਸੀਂ ਸਾਨੂੰ ਕਿਤੇ ਦੱਸ ਪਾਦੇ ਹੋ ਤੇ ਫਿਰ ਸਾਡੇ ਸਾਰਿਆਂ ਦੇ ਪ੍ਰਾਣ ਵੀ ਬਚ ਸਕਦੇ ਹਨ। ਮਹਾਂਪੁਰਖ ਤੁਮ ਸੁਖ ਉਪਜਾਵਨ। ਤੁਹਾਡੇ ਵਰਗੇ ਜਿਹੜੇ ਮਹਾਂਪੁਰਖ ਹੀ ਦੂਸਰਿਆਂ ਨੂੰ ਬੜੇ ਸੁੱਖ ਬਖਸ਼ਿਆ ਕਰਦੇ ਹਨ। ਸੁਣ ਕੇ ਸਿੱਧ ਸਭ ਵਿਦ ਮਨ ਮਾਨੀ। ਉਸ ਸਮੇਂ ਇਸ ਸੁੱਧ ਪੁਰਸ਼ ਨੇ ਵੀ ਇਹਨਾਂ ਦੀ ਜਿਹੜੀ ਕਹੀ ਹੋਈ ਗੱਲ ਬੜੇ ਪ੍ਰੇਮ ਦੇ ਨਾਲ ਪ੍ਰਵਾਨ ਕਰ ਲਈ ਸੀ। ਹੱਠ ਕਰ ਰਹੀ ਪ੍ਰਾਨ ਹੋਏ ਹਾਨੀ। ਸੋਚਣ ਲੱਗੇ ਵੀ ਇਹਨਾਂ ਨੇ ਆਪਣੇ ਹੱਠ ਦੇ ਵਿੱਚ ਆ ਕਰਕੇ ਸਾਰਿਆਂ ਨੇ ਆਪੋ ਆਪਣੀਆਂ ਜਿਹੜੀਆਂ ਜਾਨਾਂ ਹੀ ਗਵਾ ਲੈਣੀਆਂ ਨੇ ਜੇ ਵਿਸ਼ਨੂੰ ਜੀ ਦੀ ਕਿਤੋਂ ਪ੍ਰਾਪਤੀ ਨਹੀਂ ਹੋਏਗੀ। ਦਇਆ ਕਰੀ ਸਿੱਧ ਲੈ ਸਭ ਸੰਗ। ਉਸ ਸਮੇਂ ਇਸ ਸਿੱਧ ਪੁਰਸ਼ ਦੇ ਹਿਰਦੇ ਦੇ ਅੰਦਰ ਬੜੀ ਦਇਆ ਬੜਾ ਰਹਿਮ
ਜਦੋਂ ਪੈਦਾ ਹੋ ਗਿਆ ਸੀ। ਚੜੇ ਜਾਈ ਗਿਰਨਾਰ ਉਤੰਗ, ਇਹ ਸਾਰੇ ਇਕੱਠੇ ਹੋ ਕਰਕੇ ਇੱਕ ਜਿਹੜਾ ਗਿਰਨਾਰ ਨਾਮ ਦਾ ਪਹਾੜ ਸੀ ਉਹਦੇ ਉੱਪਰਲੇ ਪਾਸੇ ਚਲੇ ਗਏ ਹਨ। ਤਿਸ ਮਹਿ ਸਿੱਧ ਰਹਿ ਸਮੁਦਾਇਆ, ਹੁਣ ਜਿੱਥੇ ਗੋਰਖਨਾਥ ਦੇ ਚਲੇ ਬਹੁਤ ਸਾਰੇ ਸਿੱਧ ਪਹਾੜਾਂ ਤੇ ਹੀ ਤਕਰੀਬਨ ਰਿਹਾ ਕਰਦੇ ਸੀ। ਸਿੱਧ ਸਭ ਸ਼ਪਤ ਪਰਬਤੀ, ਕੌਣ ਜਗਤਰ ਕੋ ਪਾਰ ਉਤਾਰਾ। ਇਹ ਜਿਹੜੇ ਵਿਚਾਰੇ ਘੋਰ ਕਲਯੁਗ ਤੋਂ ਡਰਦਿਆਂ ਹੋਇਆਂ ਗੋਰਖਨਾਥ ਦੇ ਚੇਲਿਆਂ ਨੇ ਆਪਣੇ ਡੇਰੇ ਵੀ ਇਹ ਵੱਡੇ ਵੱਡੇ ਉੱਚੇ ਪਹਾੜਾਂ ਦੇ ਉੱਪਰ ਲਗਾਏ ਹੋਏ ਸੀ। ਇਹ ਵੀ ਹੁਣ ਚਲਦਿਆਂ ਚਲਦਿਆਂ ਜਦੋਂ ਉਹਨਾਂ ਸਿੱਧਾਂ ਦੇ ਪਾਸ ਪਹੁੰਚੇ ਹਨ, ਉੱਚੇ ਚੜੇ ਬਿਲੋਕ ਨਿਕਾਇਆ, ਦੇਖਿਆ ਇਹ ਸਾਰੇ ਹੀ ਹੁਣ ਪਹਾੜ ਦੀ ਬਹੁਤ ਉਚਾਈ ਦੇ ਉੱਪਰ ਜਦੋਂ ਪਹੁੰਚੇ ਸਨ। ਇੱਕ ਗਜ ਰਾਜ ਇੱਕ ਜਗ ਰਾਜ ਸਿੱਧ ਤਹ ਪੂਰਾ, ਇਹਨਾਂ ਦੇ ਵਿੱਚੋਂ ਇੱਕ ਜਿਹੜਾ ਜਗ ਰਾਜ ਨਾਮ ਦਾ ਸਿੱਧ, ਇਹ ਬੜਾ ਕਰਾਮਾਤਾਂ ਸ਼ਕਤੀਆਂ ਦੇ ਵਿੱਚ ਪੂਰਾ ਮੰਨਿਆ ਗਿਆ ਸੀ ਵੀ ਇਹਨੇ ਬੜੀਆਂ ਇਹੋ ਜਿਹੀਆਂ ਬਰਕਤਾਂ, ਇਹੋ ਜਿਹੀਆਂ ਜਿਹੜੀਆਂ ਸਿੱਧੀਆਂ ਸਾਧਨਾ ਕਰਕੇ ਪ੍ਰਾਪਤ ਕੀਤੀਆਂ ਹੋਈਆਂ ਨੇ। ਪਤਾ ਲੱਗਿਆ ਵੀ ਇਹ ਸਾਰਿਆਂ ਨਾਲੋਂ ਬੜਾ ਸ਼੍ਰੋਮਣੀ ਜਗਰਾਜ ਨਾਮ ਦਾ ਸਿੱਧ ਹੈ। ਮਿਲੇ ਜਾਏ ਕਰ ਤਿਸ ਜਸ ਰੂੜਾ, ਜਾ ਕਰਕੇ ਇਹਨਾਂ ਨੇ ਵੀ ਫਿਰ ਇਹਦੀ ਬੜੀ ਤਾਰੀਫ ਬੜੀ ਵਡਿਆਈ ਕੀਤੀ ਸੀ। ਸਕਲ ਪ੍ਰਸੰਗ ਸੁਨਾਬਨ ਕੀਨ, ਆਪਣੇ ਆਉਣ ਦੀ ਜਿਹੜੀ ਵਾਰਤਾ ਅਮੀਰਾਂ ਵਜ਼ੀਰਾਂ ਜਰਨੈਲਾਂ ਨੇ ਸਾਰੀ ਹੀ ਦੱਸ ਦਿੱਤੀ ਹੈ। ਜਿਸ ਬਿਦ ਰਾਜ ਤ੍ਰਿਆ ਨੇ ਲੀਨ, ਵੀ ਜਿਸ ਪ੍ਰਕਾਰ ਇੱਕ ਦਾਸੀ ਨੇ ਮਹਾਰਾਜੇ ਬਿਕਰਮਾਜੀਤ ਦਾ ਜਿਹੜਾ ਰਾਜ ਪਾਕ ਉਹ ਵੀ ਸੰਭਾਲ ਲਿਆ ਹੈ। ਬਨਿਓ ਚਹਿ ਨਰ ਹੁਕਮ ਬਖਾਨਾ, ਉਹਨੇ ਹੁਣ ਸਾਨੂੰ ਆਪਣੇ ਵੱਲੋਂ ਹੁਕਮ ਕੀਤਾ ਸੀ ਵੀ ਮੈਂ ਇੱਕ ਅਬਲਾ ਤੋਂ ਮਰਦ ਬਣਨਾ ਚਾਹੁੰਦੀ ਆ। ਪਕਰੋ ਅੰਨ ਹੈ ਵਿਸ਼ਨ ਸੋ ਜਾਨਾ, ਵੀ ਜਿੱਥੇ ਵੀ ਸੁਜਾਨ ਵਿਸ਼ਨੂੰ ਜੀ ਮਿਲ ਗਏ ਉਥੋਂ ਪਕੜ ਕਰਕੇ ਤੁਸੀਂ ਮੇਰੇ ਪਾਸ ਹਾਜ਼ਰ ਕਰਨਾ ਹੈ। ਇਸ ਕਰ ਲੋਕ ਹਜ਼ਾਰੋਂ ਫਿਰੀ, ਇਸ ਸਿੱਧ ਦੇ ਪਾਸ ਬੇਨਤੀ ਕੀਤੀ ਵੀ ਇਸ ਕਾਰਜ ਨੂੰ ਪੂਰਾ ਕਰਨ ਦੇ ਲਈ ਸਾਡੇ ਵਰਗੇ ਹਜ਼ਾਰਾਂ ਹੀ ਜਵਾਨ ਸਿਪਾਹੀ ਫੌਜਾਂ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਰਹੀਆਂ ਹਨ। ਨਹੀਂ ਵਿਸ਼ਨ ਕੋ ਕਤਹੂ ਧਰੀ, ਪਰ ਅਜੇ ਤੱਕ ਸਾਨੂੰ ਕਿਤੋਂ ਵੀ ਵਿਸ਼ਨੂੰ ਦੀ ਕੋਈ ਖਬਰ ਸਾਰ ਪ੍ਰਾਪਤ ਨਹੀਂ ਹੋਈ ਹੈ। ਸੁਨ ਜਗ ਰਾਜ ਸਿੱਧ ਬਰ ਦੀਨਾ, ਸੁਣ ਕਰਕੇ ਜਗ ਰਾਜ ਸਿੱਧ ਨੇ ਆਪਣੇ ਵੱਲੋਂ ਇਹ ਵਰਦਾਨ ਬਖਸ਼ ਦਿੱਤਾ ਸੀ। ਤੁਮਰੋ ਨਿਰਪ ਨਰ ਹੋਏ ਲਿਹੋ ਚੀਨਾ, ਵੀ ਕੋਈ ਗੱਲ ਨਹੀਂ, ਤੁਹਾਡਾ ਜਿਹੜਾ ਰਾਜਾ ਹੈ ਜਿਹੜਾ ਮਾਲਕ ਤੇ ਉਹਨੇ ਫਿਰ ਮਰਦਾਂ ਦੇ ਰੂਪ ਦੇ ਵਿੱਚ ਬਦਲ ਜਾਣਾ ਹੈ। ਪੁੰਨ ਮੰਤਰੀ ਕਹੈ ਵਿਸ਼ਨ ਜੇ ਚਾਹੈ, ਫਿਰ ਇਹ ਜਿਹੜੇ ਅਮੀਰ ਆ ਵਜ਼ੀਰ ਪੁੱਛਣ ਲੱਗੇ ਵੀ ਜੇ ਉਹਨੇ ਸਾਡੇ ਕੋਲੋਂ ਵਿਸ਼ਨੂੰ ਦੀ ਮੰਗ ਕੀਤੀ ਵੀ ਤੁਸੀਂ ਫੜ ਕਰਕੇ ਕਿਉਂ ਨਹੀਂ ਲਿਆਏ ਹੋ, ਫਿਰ ਅਸੀਂ ਕੀ ਜਵਾਬ ਦੇਵਾਂਗੇ। ਤੋ ਹਮ ਕਹਾ ਕਰੈ ਕਹੈ ਤਿਸ ਪਾਹੈ, ਹੁਣ ਸਾਡੇ ਪਾਸ ਤਾਂ ਕੋਈ ਇਹੋ ਜੀ ਗੱਲ ਨਹੀਂ ਜਿਵੇਂ ਅਸੀਂ ਆਪਣੇ ਵੱਲੋਂ ਜਵਾਬ ਦੇ ਸਕਦੇ ਹਾਂ। ਹਿਮ ਸੁਨ ਸਿੱਧ ਸਾਥ ਤਬ ਹੋਈ, ਇਹ ਸੁਣ ਕਰਕੇ ਇਹ ਜਿਹੜਾ ਜਗ ਰਾਮ ਰਾਜ ਦਾ ਨਾਮ ਦਾ ਸਿੱਧ ਇਹਨਾਂ ਦੇ ਨਾਲ ਹੀ ਅੱਗੇ ਨੂੰ ਤੁਰ ਪਿਆ ਸੀ। ਵਿਕਰਮ ਨਿਕਟ ਗਏ ਸਭ ਕੋਈ, ਸਭ ਤੋਂ ਪਹਿਲਾਂ ਇਹ ਸਾਰੇ ਇਕੱਠੇ ਹੋ ਕੇ ਮਹਾਰਾਜਾ ਬਿਕਰਮਾਜੀਤ ਜਿਹੜੇ ਸੱਚ ਦੇ ਮਾਰਗ ਦੇ ਚੱਲਣ ਵਾਲੇ ਬਹੁਤ ਹੀ ਧਰਮਾਤਮਾ ਰਾਜੇ ਮੰਨੇ ਗਏ ਹਨ, ਉਹਨਾਂ ਦੇ ਪਾਸ ਚਲੇ ਗਏ ਨੇ। ਤਿਸ ਕੋ ਲੇਕਰ ਸੰਗ ਸਿਧਾਈ, ਉਹਨੂੰ ਵੀ ਫਿਰ ਰੋਈਆਂ ਬਿਆਵਾਨਾਂ ਦੇ ਵਿੱਚ ਜਿੱਥੇ ਸਾਧਨਾ ਕਰ ਰਿਹਾ ਸੀ ਬੈਠੇ ਹੋਏ ਨੂੰ ਉਠਾ ਲਿਆ ਹੈ। ਸਗਲੇ ਪਹੁੰਚੇ ਪੁਰੀ ਮਝਾਰੀ, ਚਲਦਿਆਂ ਚਲਦਿਆਂ ਜਦੋਂ ਇਹਦੀ
ਨਗਰੀ ਦੇ ਵਿੱਚ ਪਹੁੰਚ ਗਏ ਹਨ। ਦਾਸੀ ਤ੍ਰਿਆ ਪੁਰਖ ਕਰ ਦਇਓ। ਉਸ ਵਕਤ ਇਹਨੇ ਉਸ ਦਾਸੀ ਦਾ ਜਿਹੜਾ ਜਿਸਮ ਮਰਦ ਦੇ ਰੂਪ ਦੇ ਵਿੱਚ ਬਦਲ ਦਿੱਤਾ ਸੀ। ਸਰਬ ਰਾਜ ਪਰ ਵਿਕਰਮ ਕੀਓ। ਸਿੰਘਾਸਣ ਦੇ ਉੱਪਰ ਬਹੁਤ ਵੱਡੇ ਧਰਮਾਤਮਾ ਮਹਾਰਾਜਾ ਬਿਕਰਮਾਜੀਤ ਨੂੰ ਇਹਨਾਂ ਨੇ ਰਲ ਮਿਲ ਕਰਕੇ ਦੁਬਾਰਾ ਫੇਰ ਬਿਠਾ ਦਿੱਤਾ ਹੈ। ਬਹੁਰ ਮਛਿੰਦਰ ਗੋਰਖਨਾਥ। ਇਸੇ ਤਰ੍ਹਾਂ ਮਛਿੰਦਰ ਨਾਥ ਹੈ, ਗੋਰਖਨਾਥ, ਜੋ ਵੀ ਹੈ ਵੱਡੇ ਵੱਡੇ ਜੋਗੀਸ਼ਰ ਹੋਏ ਹਨ। ਆਵਤ ਭਈ ਮੇਲ ਕਰ ਸਾਥ। ਇਹ ਵੀ ਮਹਾਰਾਜਾ ਬਿਕਰਮਾ ਦੇ ਪਾਸ ਮਿਲਣ ਵਾਸਤੇ ਆਏ ਸਨ। ਮਿਲ ਕਰ ਰਾਜਾ ਰਾਜ ਬਿਠਾਇਓ। ਮਛਿੰਦਰ ਨਾਥ ਨੇ, ਗੋਰਖਨਾਥ ਨੇ ਇਕੱਠਿਆ ਹੋ ਕੇ ਦੁਬਾਰਾ ਫਿਰ ਜਿਹੜਾ ਮਹਾਰਾਜਾ ਬਿਕਰਮਾਜੀਤ ਉਹਨੂੰ ਬਹੁਤ ਵੱਡੇ ਸਿੰਘਾਸਣ 'ਤੇ ਬਿਠਾ ਦਿੱਤਾ ਸੀ। ਸੋ ਦਾਸੀ ਮੰਤਰੀ ਠਹਿਰਾਇਓ। ਜਿਹੜੀ ਹੈ ਉਹ ਦਾਸੀ ਤੇ ਉਹਨੂੰ ਫਿਰ ਇਹਨਾਂ ਨੇ ਸਾਰਿਆਂ ਨਾਲੋਂ ਆਪਣੇ ਵੱਲੋਂ ਵੱਡਾ ਵਜ਼ੀਰ ਥਾਪ ਦਿੱਤਾ ਸੀ। ਕਹਿਓ ਮਨੁੱਖ ਦਿਹ ਹੈ ਵਿਸ਼ਨੂੰ। ਉਹ ਸਮੇਂ ਕਹਿਣ ਲੱਗੇ ਵੀ ਆ ਜਿਹੜੀ ਮਨੁੱਖਾ ਦੇਹੀ ਦਰਅਸਲ ਇਹੀ ਵਿਸ਼ਨੂੰ ਦਾ ਰੂਪ ਹੈ। ਇਹਦੇ ਨਾਲ ਤਾਂ ਵੱਡੇ ਵੱਡੇ ਦੇਵਤਿਆਂ ਦੀਆਂ ਪਦਵੀਆਂ ਵੀ ਪ੍ਰਾਪਤ ਹੋ ਸਕਦੀਆਂ ਹਨ। ਤੁਰਤ ਦਇਆ ਕੋ ਫਲ ਦੀਏ ਤਿਸ ਨੂੰ। ਜਿਹੜੀ ਉਹਨੇ ਦਇਆ ਕੀਤੀ, ਰਹਿਮ ਮਨ ਦੇ ਵਿੱਚ ਉਹਦੇ ਪੈਦਾ ਹੋਇਆ ਜਦੋਂ ਮਹਾਰਾਜਾ ਬਿਕਰਮਾਜੀਤ ਜੀ ਇਸ ਸ਼ਿਕਾਰੀ ਦੀ ਬੜੀ ਮਾਰ ਕੁਟਾਈ, ਬੜੀ ਸਜ਼ਾ ਦੇ ਰਹੀ ਸੀ। ਦੇਖਣ ਦੇ ਨਾਲ ਹੀ ਇਹ ਦਾਸੀ ਦੇ ਮਨ ਦੇ ਵਿੱਚ ਇਹੋ ਜਿਹਾ ਰਹਿਮ ਪੈਦਾ ਹੋ ਗਿਆ ਸੀ। ਜੁਗ ਕੋ ਧਰਮ ਇਹੀ ਦਿਖਰਾਇਓ। ਵੀ ਕਲਯੁਗ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਧਰਮ ਦੂਸਰਿਆਂ ਦੇ ਉੱਪਰ ਦਇਆ ਰਹਿਮ ਕਰਨਾ ਹੈ। ਗੁਰੂ ਪਾਰ ਦੀ ਨਿਰਪ ਠਹਿਰਾਇਓ। ਜਿਹੜਾ ਸੀ ਸ਼ਿਕਾਰੀ ਤਪੱਸਿਆ ਕਰਨ ਵਾਲਾ ਤੇ ਉਹਨੂੰ ਫਿਰ ਇਹਨਾਂ ਨੇ ਮਹਾਰਾਜਾ ਬਿਕਰਮਾਜੀਤ ਦਾ ਗੁਰੂ ਬਣਾ ਦਿੱਤਾ ਸੀ। ਸਗਰੇ ਪਾਪ ਕਟੇ ਤਿਸ ਕੀਰੀ। ਉਹਨਾਂ ਜਮੈ ਜਮੈ ਸਾਧਨਾ ਕੀਤੀ, ਇਹਦੇ ਵੀ ਜਿਹੜੇ ਸਾਰੇ ਪਾਪ ਕੱਟੇ ਗਏ ਸਨ। ਜਾਂਤੇ ਸਿੱਖੋ ਸੁਨੋ ਭਲੇਰੀ। ਇਸ ਕਰਕੇ ਦਰਅਸਲ ਇਹਦਾ ਭਾਵ ਇਹੀ ਹੈ ਵੀ ਜਿਹੜਾ ਵੀ ਕੋਈ ਪ੍ਰਾਣੀ ਕਿਸੇ ਤੇ ਬਿਨਾ ਮਤਲਬ ਤੋਂ ਕੋਈ ਦਇਆ ਕਰੇ ਜਾਂ ਫਿਰ ਕਿਸੇ ਦੇ ਉੱਪਰ ਤਰਸ ਜੋ ਵੀ ਕਰਦੇ ਹਨ। ਨਾਮ ਪ੍ਰਤਾਪ ਭਲੇ ਪਿਖ ਲਿਓ। ਨਾਮ ਦਾ ਜਿਹੜਾ ਪ੍ਰਤਾਪ ਸਾਰਿਆਂ ਨੇ ਪ੍ਰਤੱਖ ਤੌਰ ਤੇ ਸਾਹਮਣੇ ਦੇਖ ਲਿਆ ਸੀ। ਰਾਜਾ ਗੁਰੂ ਪਾਰ ਦੀ ਭਇਓ। ਜਿਹੜਾ ਇੱਕ ਸ਼ਿਕਾਰੀ ਜੰਗਲਾਂ ਬੀਆਬਾਨਾਂ 'ਚ ਜਾਨਵਰਾਂ ਪੰਛੀਆਂ ਨੂੰ ਮਾਰਨ ਵਾਲਾ, ਉਹਨੇ ਇਹੋ ਜਿਹੀ ਬੰਦਗੀ ਜ਼ਿਆਦਾ ਕੀਤੀ ਔਰ ਜੰਗਲਾਂ ਦੇ ਵਿੱਚ ਬੈਠ ਕਰਕੇ ਉਹ ਫਿਰ ਕਿਹੋ ਜਿਹਾ ਬਹੁਤ ਵੱਡੇ ਮਹਾਰਾਜੇ ਬਿਕਰਮਾਜੀਤ ਦਾ ਮੁਰਸ਼ਦ ਬਣ ਗਿਆ ਸੀ। ਦਾਸੀ ਦੇਹ ਪੁਰਖ ਹਵੈ ਗਇਓ। ਜਿਹੜੀ ਹੈ ਉਹ ਦਾਸੀ, ਉਹਦਾ ਜਿਹੜਾ ਸਰੀਰ ਹੋਣਾ ਪੁਰਖਾਂ ਵਾਲਾ ਬਣ ਚੁੱਕਿਆ ਸੀ। ਬਹੁਰ ਨਿਰਪਤ ਮੰਤਰੀ ਠਹਿਰਾਇਓ। ਫਿਰ ਕਿਤਨੀ ਵੱਡੀ ਪਦਵੀ ਉਹਨੂੰ ਵੀ ਹਾਸਲ ਹੋ ਗਈ। ਕਾਹਦੇ ਬਦਲੇ? ਵੀ ਉਹਨੇ ਤਰਸ ਕੀਤਾ, ਰਹਿਮ ਪੈਦਾ ਹੋਇਆ ਮਨ ਦੇ ਅੰਦਰ, ਤੇ ਇਹਨੂੰ ਫਿਰ ਬਹੁਤ ਵੱਡਾ ਜਿਹੜਾ ਮੁਰਾਤਬਾ ਮਛਿੰਦਰ ਨਾਥ ਨੇ, ਗੋਰਖਨਾਥ ਨੇ ਮੰਤਰੀ ਦਾ ਬਖਸ਼ ਦਿੱਤਾ ਸੀ। ਭਇਓ ਦਇਆ ਕੋ ਫਲ ਤਤਕਾਲ। ਇਹ ਦਇਆ ਦਾ ਜਿਹੜਾ ਫਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ, ਥੋੜੇ ਸਮੇਂ ਦੇ ਅੰਦਰ ਅੰਦਰ ਇਹਨਾਂ ਨੂੰ ਪ੍ਰਾਪਤ ਹੋ ਗਿਆ ਸੀ। ਕਰੀ ਕਹਾਂ ਤੇ ਕਹਾਂ ਵਿਸਾਲਾ। ਵੀ ਪਰਮਾਤਮਾ ਨੇ ਕੈਸੀ ਇੱਕ ਅਚਰਜ ਖੇਲ ਵਰਤਾ ਦਿੱਤੀ। ਜਿਹੜਾ ਹੈ ਸ਼ਿਕਾਰੀ ਹਰਨਾ 12 ਸਿੰਘਾਂ ਜਾਨਵਰਾਂ ਨੂੰ ਮਾਰਨ ਵਾਲਾ, ਉਹਨੇ ਸਾਧਨ ਕੀਤੇ ਮਹਾਰਾਜਾ ਬਿਕਰਮਜੀਤ ਦਾ ਗੁਰੂ ਬਣ ਗਿਆ। ਤੇ ਜਿਹਨੇ ਹੁਣ ਦਇਆ ਰਹਿਮ ਕਰਕੇ ਇਹਨੂੰ ਵਿਚਾਰੇ ਨੂੰ ਛਡਾਇਆ ਸੀ, ਤੇ ਹੁਣ ਮੰਤਰੀ ਦੇ ਅਹੁਦੇ ਦੇ ਉੱਪਰ
ਨਿਯੁਕਤ ਹੋ ਚੁੱਕੀ ਹੈ। ਮਹਿ ਪਾਲਕ ਪਰਮਾਰਥ ਕੀਨਾ। ਮਹਾਰਾਜਾ ਬਿਕਰਮਾਜੀਤ ਨੇ ਵੀ ਇਹੋ ਜਿਹਾ ਪਰਮਾਰਥ ਦਾ ਜਿਹੜਾ ਰਸਤਾ ਧਾਰਨ ਕੀਤਾ ਸੀ। ਗਨ ਸਿੱਧਨ ਕਉ ਦਰਸ਼ਨ ਲੀਨਾ। ਫਿਰ ਜਿਹੜੇ ਨੇ ਇਹੋ ਜਿਹੇ ਸਿੱਧ ਪੁਰਸ਼ ਉਹਨਾਂ ਦੇ ਵੀ ਮਹਾਰਾਜਾ ਬਿਕਰਮਾਜੀਤ ਨੂੰ ਦਰਸ਼ਨ ਹੋ ਗਏ ਸਨ। ਅੰਤ ਸਮੈ ਤਨ ਤਿਆਗ ਸਿਧਾਰੀ। ਇਹ ਅੰਤ ਦੇ ਟਾਈਮ ਤੇ ਜਦੋਂ ਇਹਨਾਂ ਨੇ ਆਪਣਾ ਜਿਹੜਾ 15 ਤੱਤਾਂ ਦਾ ਸਰੀਰ ਤਿਆਗਿਆ ਸੀ, ਬਸੇ ਬਿਸ਼ਨਪੁਰ ਮਹਿ ਪੁੰਨ ਸਾਰੀ। ਇਹਨਾਂ ਦਾ ਜਿਹੜਾ ਬਾਸਾ ਸਦਾ ਦੇ ਲਈ ਬਿਸ਼ਨਪੁਰੀ ਦੇ ਵਿੱਚ ਹੋ ਗਿਆ। ਇਮ ਕਲਯੁਗ ਕੋ ਧਨ ਬਖਾਨਾ। ਇਸ ਕਰਕੇ ਸਤਿਗੁਰੂ ਜੀ ਨੇ ਉਸ ਸਮੇਂ ਆਪਣੀ ਮੌਤ ਦੇ ਵਿੱਚ ਕਲਯੁਗ ਨੂੰ ਆਪਣੇ ਵੱਲੋਂ ਧਨਤਾ ਦੇ ਯੋਗ ਕਥਨ ਕੀਤਾ ਸੀ। ਫਲ ਸਭ ਜੁਗਤੀ ਦੀਤ ਮਹਾਨਾ। ਵੀ ਇਹਦੇ ਵਿੱਚ ਕਮਾਈ ਥੋੜੀ ਤੇ ਫਲ ਸਾਰੇ ਯੁੱਗਾਂ ਦੇ ਨਾਲੋਂ ਜ਼ਿਆਦਾ ਜਿਹੜੇ ਜਗਿਆਸੂ ਪ੍ਰਾਪਤ ਕਰ ਸਕਦੇ ਹਨ। ਦੋਹਰਾ ਧਨ ਇਹ ਕਲਯੁਗ ਜੁਗ ਖੜਾ ਕਰਨੀ ਥੋੜੀ ਹੋਈ। ਵੀ ਜੇਕਰ ਬਹੁਤ ਥੋੜੀ ਜੀ ਵੀ ਜੋ ਕਮਾਈ ਕਰਨ ਵਾਲੇ ਜਗਿਆਸੂ ਹਨ, ਔਰ ਜੁਗਨ ਤੇ ਅਤ ਭਲੋ ਪਾਰ ਉਤਾਰੇ ਸੋਈ। ਉਹ ਫਿਰ ਇਸ ਸੰਸਾਰ ਸਾਗਰ ਤੋਂ ਬੜੇ ਸੌਖੇ ਢੰਗ ਦੇ ਨਾਲ ਤਰ ਸਕਦੇ ਹਨ। ਸਤਜੁਗ ਕਾ ਅਨਿਆਏ ਸੁਣ ਏਕ ਫੇੜੇ ਸਭ ਜਤ ਦੁਖਾਵੈ। ਵੀ ਜੇ ਕਨੇ ਪਾਪ ਕੀਤਾ ਸਾਰਿਆਂ ਨੂੰ ਭੁਗਤਣਾ ਪੈਂਦਾ ਸੀ, ਪਰ ਕਲਯੁਗ ਜੋ ਫੇੜੇ ਸੋ ਪਾਵੈ। ਅਗਰ ਕੋਈ ਬਹੁਤ ਘੱਟ ਕਮਾਈ ਵੀ ਕਰ ਲਏ ਤੇ ਉਹਦਾ ਫਿਰ ਬਹੁਤ ਵੱਡਾ ਮਹਾਤਮ ਜਿਹੜੇ ਜਗਿਆਸੂ ਪ੍ਰਾਪਤ ਕਰ ਸਕਦੇ ਹਨ। ਦੋਹਰਾ ਛੁੱਟੀ ਮਸੰਦੰਤੀ ਸਕਲ ਸੰਗਤ ਦੇਸ਼ ਵਿਦੇਸ਼। ਉਧਰੋਂ ਸਤਿਗੁਰੂ ਜੀ ਨੇ ਜਿਹੜੀਆਂ ਸਾਰੀਆਂ ਸੰਗਤਾਂ ਜੋ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਣ ਵਾਲੀਆਂ ਨੇ, ਉਹਨਾਂ ਨੂੰ ਮਸੰਦਾਂ ਦੇ ਪਾਸੋਂ ਛੁਟਕਾਰਾ ਦਿਵਾ ਦਿੱਤਾ ਸੀ। ਮਹਾਰਾਜ ਨੇ ਹੁਕਮਨਾਮੇ ਵੀ ਲੈ ਕਰਕੇ ਵੱਡੇ ਵੱਡੇ ਸ਼ਹਿਰਾਂ ਨਗਰਾਂ 'ਚ ਭੇਜੇ ਵੀ ਕਿਸੇ ਨੇ ਵੀ ਆ ਜਿਹੜੀ ਦਸਵੰਧ ਦੀ ਮਾਇਆ ਹੈ, ਕਿਸੇ ਮਸੰਦ ਨੂੰ ਨਹੀਂ ਫੜਾਉਣੀ। ਜਦੋਂ ਤੁਸੀਂ ਭਾਵੇਂ 6 ਮਹੀਨਿਆਂ ਤੋਂ ਬਾਅਦ ਆਓ, ਚਾਹੇ ਸਾਲ ਮਗਰੋਂ, ਜੋ ਵੀ ਦਸਵੰਧ ਦੀ ਮਾਇਆ ਚਾਹੇ ਥੋੜ੍ਹੀ ਹੈ ਚਾਹੇ ਬਹੁਤੀ ਹੈ, ਸਾਰੇ ਪ੍ਰੇਮੀਆਂ ਨੇ ਆਪ ਖੁਦ ਦਰਬਾਰ ਸਾਹਿਬ ਦੇ ਵਿੱਚ ਆ ਕਰਕੇ ਭੇਟਾ ਕਰਨੀ ਹੈ। ਤੇ ਜਿਹੜੇ ਚੰਦ ਮਸੰਦ ਮੂੰਹ ਤਾਣੇ ਹੋ ਚੁੱਕੇ ਸੀ, ਉਹਨਾਂ ਨੇ ਵਿਚਾਰੇ ਗਰੀਬ ਸਿੱਖਾਂ ਨੂੰ ਘਰਾਂ ਦੇ ਵਿੱਚ ਜਾ ਕਰਕੇ ਬੜਾ ਤੰਗ ਕਰਨਾ। ਪਰ ਸਤਿਗੁਰੂ ਜੀ ਨੇ ਆਪਣੇ ਗੁਰ ਸਿੱਖਾਂ ਦੇ ਉੱਪਰ ਇਹੋ ਜੀ ਰਹਿਮਤ ਕਿਰਪਾ ਕੀਤੀ, ਸਾਰਿਆਂ ਨੂੰ ਮਸੰਦਾਂ ਦੇ ਵੱਲੋਂ ਜਿਹੜਾ ਛੁਟਕਾਰਾ ਦਿਵਾ ਦਿੱਤਾ ਹੈ। ਹਦਕ ਭਈ ਸਿੱਖੀ ਜਗਤ ਸ਼ਰਧਾ ਸਹਿਤ ਵਿਸ਼ੇਸ਼। ਹੁਣ ਚਾਰੇ ਪਾਸੇ ਬਹੁਤ ਜ਼ਿਆਦਾ ਗੁਰ ਸਿੱਖੀ ਵੀ ਵੱਧ ਗਈ ਹੈ, ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਹਰੇਕ ਦੇ ਮਨ ਦੇ ਅੰਦਰ ਬੜੀ ਸ਼ਰਧਾ ਭਾਵਨਾ ਅੱਗੇ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਵੱਧ ਗਈ। ਹੁਣ ਜਦੋਂ ਇਹਨਾਂ ਨੇ ਗਰੀਬ ਗੁਰਬਿਆਂ ਗੁਰਸਿੱਖਾਂ ਨੂੰ ਨਜਾਇਜ਼ ਹੀ ਤੰਗ ਕਰਨਾ, ਤੇ ਦੇ ਕਰਕੇ ਕਈਆਂ ਦੇ ਮਨ ਦੇ ਵਿੱਚੋਂ ਬੜੀ ਸ਼ਰਧਾ ਭਾਵਨਾ ਵੀ ਦੂਰ ਹੋ ਜਾਂਦੀ ਵੀ ਕੱਲ੍ਹ ਨੂੰ ਸਾਡੇ ਨਾਲ ਵੀ ਇਹਨਾਂ ਨੇ ਇਹੋ ਜਿਹਾ ਹੀ ਵਿਵਹਾਰ ਆ ਕੇ ਕਰਨਾ ਨਾ। ਜਦੋਂ ਦਸਵੰਧ ਦੀ ਮਾਇਆ ਦੇਣੀ ਪਏਗੀ, ਜਿਹੜੀ ਹੈ ਗੁਰ ਸਿੱਖੀ, ਉਹ ਵੀ ਚਾਰੇ ਦੇਸ਼ਾਂ 'ਚ ਬਹੁਤ ਜ਼ਿਆਦਾ ਵੱਧ ਗਈ। ਤੇ ਜਿਹੜੇ ਨੇ ਗੁਰੂ ਬਾਬਾ ਜੀ ਦੇ ਦਰ ਘਰ ਦੇ ਸੇਵਕ ਦਾਸ ਬਣੇ ਹੋਏ ਪ੍ਰੇਮੀ, ਉਹਨਾਂ ਦੇ ਦਿਲਾਂ ਦੇ ਅੰਦਰ, ਉਹਨਾਂ ਦੇ ਮਨਾਂ ਦੇ ਅੰਦਰ ਬਹੁਤ ਜ਼ਿਆਦਾ ਜਿਹੜੀ ਸ਼ਰਧਾ ਭਾਵਨਾ ਵੀ ਵੱਧ ਚੁੱਕੀ ਹੈ। ਹੁਣ ਜਿਸ ਪ੍ਰਕਾਰ ਇੱਕ ਬਹੁਤ ਸੋਹਣਾ ਸੋਨੇ ਦਾ ਜਿਹੜਾ ਬੰਗਲਾ ਬਣਾਉਣ ਦੇ ਲਈ ਖਿਆਲ ਖਾਲਸੇ ਦੇ ਮਨ ਦੇ ਅੰਦਰ
ਖਿਆਲ ਪੈਦਾ ਹੋਣੇ ਨੇ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨਿਹਾਲ ਕਰ ਰਹੇ ਨੇ। ਚੌਪਈ ਆਪ ਕਾਰ ਸੰਗਤ ਲੈ ਆਵੈ, ਭਾਂਤ ਭਾਂਤ ਕੀ ਭੇਟ ਚੜਾਵੈ। ਆਪ ਕਾਰ ਸੰਗਤ ਲੈ ਆਵੈ, ਭਾਂਤ ਭਾਂਤ ਕੀ ਭੇਟ ਚੜਾਵੈ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗ ਅਗਨਾਸ ਏ ਪੂਰਨ